ਸੀਬੀਐਸਈ ਨੇ ਕੋਵਿਡ ਮਹਾਮਾਰੀ ਦੇ ਦੌਰਾਨ 9ਵੀਂ ਜਮਾਤ ਤੋਂ 12ਵੀਂ ਜਮਾਤ ਦੇ ਸਿਲੇਬਸ ਵਿੱਚ 30% ਕਟੌਤੀ ਕੀਤੀ ਹੈ, ਜਿਸ ਵਿੱਚ ਖਾਸ ਤੌਰ ਤੇ ਰਾਜਨੀਤੀ ਸ਼ਾਸਤਰ ਵਿੱਚੋਂ ਲੋਕਤੰਤਰਿਕ ਅਧਿਕਾਰ, ਨਾਗਰਿਕਤਾ, ਸੰਘਵਾਦ, ਧਰਮ ਨਿਰਪੱਖਤਾ, ਸਮਾਜਿਕ ਅੰਦੋਲਨ ਆਦਿ ਚੈਪਟਰ ਜਿਹੜੇ ਕਿ ਲੋਕਤੰਤਰ ਦੀ ਰੂਹ ਹਨ, ਉਹਨਾਂ ਨੂੰ ਕੱਟ ਦਿੱਤਾ ਗਿਆ ਹੈ ਅਤੇ ਕੇਂਦਰ ਸਰਕਾਰ ਇਸ ਬਾਰੇ ਬੇਖਬਰ ਹੋ ਕੇ ਸੁੱਤੀ ਪਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੀਸ਼ਾਨ ਹੈਦਰ ਇੰਚਾਰਜ ਐਜੂਕੇਸ਼ਨ ਵਿੰਗ ਇਮਾਰਤ-ਏ-ਸ਼ਰੀਆ ਪੰਜਾਬ ਨੇ ਮਲੇਰਕੋਟਲਾ ਵਿੱਚ ਰੱਖੀ ਹੰਗਾਮੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਸਿਲੇਬਸ ਵਿੱਚੋਂ ਇਹਨਾਂ ਚੈਪਟਰਸ ਦਾ ਕੱਟਿਆ ਜਾਣਾ ਲੋਕਤੰਤਰ ਲਈ ਬਹੁਤ ਘਾਤਕ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਚੈਪਟਰ ਨਹੀਂ ਕੱਟਣੇ ਚਾਹੀਦੇ। ਜੇਕਰ ਸਿਲੇਬਸ ਘੱਟ ਕਰਨਾ ਹੈ ਤਾਂ ਇਸ ਦਾ ਕੋਈ ਹੋਰ ਬਦਲ ਹੋਣਾ ਚਾਹੀਦਾ ਹੈ। ਲੱਗਦਾ ਵੀ ਸਰਕਾਰ ਦੇ ਦਬਾਅ ਤੋਂ ਬਗੈਰ ਹੋਇਆ ਇਹ ਜੋ ਕੱਟਿਆ ਗਿਆ ਸਿਲੇਬਸ ਜਿਹੜਾ ਹੈ ਕਿਤੇ ਨਾ ਕਿਤੇ ਅੰਦਰੂਨੀ ਤੌਰ ਤੇ ਭਾਜਪਾ या संघ का ये दबाव है। नहीं, बिल्कुल ये बात तो कही जा सकती है कि जो मौजूदा हालात चल रहे हैं, छोटा से छोटा इदारा भी कोई अपनी मर्ज़ी से कोई काम नहीं कर सकता, क्योंकि चाहे कितना बड़ा इदारा बगैर किसी रजामंदी या बगैर किसी दबाव के काम कर जाए ऐसा मुमकिन नहीं है। लगता है कि ज़रूर सरकार ने इसमें इशारा दिया होता या सरकार इससे राज़ी होगी, लगता ऐसा है, लेकिन हम सरकार से दरख्वास्त करते हैं कि इसमें वो इंटरफेयर करेगी। कहा कि सरकार केंद्र सरकार बिल्कुल बेखबर जी, सुती सरकार जी, अगर बेखबर या सुती सरकार है ਤੁਸੀਂ ਅਗਲਾ ਸਟੈਪ ਕੀ ਕਰੋਗੇ? ਅਗਰ ਅਦਰਵਾਈਜ਼ ਸੀਬੀਐਸਈ ਇਹ ਸਿਲੇਬਸ ਦੇ ਵਿੱਚ ਕੋਈ ਸੋਧ ਨਹੀਂ ਕਰਦਾ ਤੁਹਾਡਾ ਅੱਗੇ ਇਮਾਰਤ-ਏ-ਸ਼ਰੀਆ ਜਿਹੜੀ ਬੋਰਡ ਹੈ ਤੁਹਾਡੀ ਉਹਦੀ ਤੱਕ ਕੀ ਕਰੋਗੇ? इमारत-ए-शरीया की जो एजुकेशन बोर्ड है इसने पहले फैसला किया हुआ है कि हम इसको आखिरी मरहले तक लेकर जाएंगे। इसके लिए अगर कोर्ट का दरवाज़ा खटखटाना पड़ेगा तो निचली अदालत से लेकर हम सुप्रीम कोर्ट तक जाएंगे और जितनी कोशिश होगी हम एक कोशिश करेंगे कि ये जो सिलेबस कम किया गया है इसको वापस किया जाए। सर एक जो बात सवाल हो रहा है ये धर्म निरपक्षता, समाजिक न्याय, समाज संवाद ये मेन मतलब ਜਿਹੜੇ ਹੈਗੇ ਨੇ ਕੱਟੇ ਗਏ ਨੇ ਕਿਤੇ ਨਾ ਕਿਤੇ ਐਨਪੀਆਰ ਜਾਂ ਸੀਏ ਦੇ ਨਾਲ ਮਤਲਬ ਇਹ ਲਿਖਤ ਦੇ ਵਿੱਚ ਹੈ ਕਿ ਲੱਗਦਾ ਤੁਹਾਨੂੰ बिल्कुल अगर ਹੋ ਸਕੇ ਮੇਨ ਇਹੀ ਮਤਲਬ ਇਹਨਾਂ ਨੇ ਜਿਹੜਾ ਹੈਗਾ ਆ ਕਿ ਦਬਾਉਣ ਦੀ ਕੋਸ਼ਿਸ਼ ਕਰੀ ਹੈ ਜਨਤਾ ਨੂੰ। अगर ये चैप्टर्स ख़त्म कर दिए जाते हैं तो एनसीआर एनपीआर का मसला ही ख़त्म हो जाएगा, क्योंकि आदमी वो चीज़ जानेगा ही नहीं जिस चीज़ की वो लड़ाई कर रहा है। मिसाल के तौर पर इस वक्त जो कॉन्स्टिट्यूशन हमारा हमें जो राष्ट्रवाद सिखलाता है वो अलग है और जो संघ सिखाना चाह रहा है वो अलग है। मतलब ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਜਪਾ सरकार सीबीएसई ਦੇ ਥਰੂ ਵੀ ਆ ਸਾਰੇ ਜਿਹੜੇ ਮਸਲੇ ਨੇ ਵੀ ਦਬਾ ਕੇ ਕੋਸ਼ਿਸ਼ ਕਰ ਰਹੀ ਹੈ। मैंने पहले कहा कि छोटा से छोटा भी इदारा बगैर सरकार के हर क्षेत्र से बाहर नहीं जा सकता। अंदाज़ा है कि ज़रूर इसमें वो इन्वॉल्व होगी, लेकिन हम खुलकर नहीं कह सकते क्योंकि सरकार है, सरकार इसको जो उसको दूर करे, जो उसके अंदर कमी पैदा हुई है दूर करे। लेकिन ये बात तो हम सब समझते हैं, आप सब पढ़े लिखे हैं कि कोई भी छोटा इदारा या बड़ा इदारा सरकार के इंटरफेयर से बाहर नहीं होता। ਅਸੀਂ ਇਮਾਰਤ-ਏ-ਸ਼ਰੀਆ ਦੇ ਐਜੂਕੇਸ਼ਨਲ ਵਿੰਗ ਦੀ ਤਰਫ ਤੋਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ। ਉਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿਉਂਕਿ ਕੋਵਿਡ-19 ਨੂੰ ਚੱਲਦੇ ਹੋਏ ਸੀਬੀਐਸਈ ਨੇ ਆਪਣਾ 30% ਸਿਲੇਬਸ ਰਿਡਿਊਸ ਕੀਤਾ ਹੈ, ਬਟ ਅਫਸੋਸ ਦੀ ਗੱਲ ਇਹ ਹੈ ਕਿ ਜੋ ਸੀਬੀਐਸਈ ਨੇ ਸਿਲੇਬਸ ਰਿਡਿਊਸ ਕੀਤਾ ਹੈ ਉਹਦੇ ਵਿੱਚ ਸਪੈਸ਼ਲੀ ਖਾਸ ਤੌਰ ਤੇ ਜੋ ਪੋਲੀਟੀਕਲ ਸਾਇੰਸ ਦੇ 9 ਤੋਂ 12 ਤੱਕ ਦੇ ਜਿਹੜੇ ਚੈਪਟਰ ਨੇ ਉਹ ਟੋਟਲੀ ਡੈਮੋਕ੍ਰੇਸੀ ਨਾਲ ਡੀਪਲੀ ਕੰਸਰਨਡ ਨੇ। ਅਗਰ ਉਹ ਚੈਪਟਰਸ ਨੂੰ ਪੋਲੀਟੀਕਲ ਸਾਇੰਸ ਚੋਂ ਕੱਟ ਦਿੱਤਾ ਜਾਵੇਗਾ ਤਾਂ ਇੱਕ ਚੰਗੀ ਲੋਕਤਾਂਤਰਿਕ ਸਮਝ ਦੇ ਨਾਗਰਿਕ ਪੈਦਾ ਨਹੀਂ ਹੋ ਸਕਣਗੇ ਔਰ ਇੱਕ ਚੰਗੀ ਸੁਸਾਇਟੀ ਦਾ ਨਿਰਮਾਣ ਨਹੀਂ ਹੋ ਪਾਊਗਾ। ਭਾਰਤੀ ਲੋਕਤੰਤਰ ਜਾਣਿਆ ਪਛਾਣਿਆ और बहुत मजबूत लोकतंत्र है। ये चैप्टर ਨੂੰ ਕੱਟਣਾ ਇੰਪੋਸੀਬਲ ਦੀ ਤਰ੍ਹਾਂ ਹੀ ਹੈ ਕਿਉਂਕਿ ਇਹ ਲੋਕਤੰਤਰ ਦੀ ਰੂਹ ਨੇ, ਇੱਕ ਤਰ੍ਹਾਂ ਦੀ ਜਾਨ ਨੇ। ਜਿਵੇਂ ਕਿ ਮੇਰੇ ਕੋਲ 11 ਦਾ ਸਿਲੇਬਸ ਆ ਉਹਦੇ ਵਿੱਚੋਂ ਫੈਡਰਲਿਜ਼ਮ ਕੱਢ ਦਿੱਤਾ ਗਿਆ ਜੋ ਕਿ ਸਪੈਸ਼ਲੀ ਸਟੇਟਸ ਜਾਂ ਪਾਵਰਾਂ ਨੂੰ ਦੱਸਦਾ ਕਿਉਂਕਿ ਸਾਡਾ ਸਿਸਟਮ ਜਿਹੜਾ ਅੱਜ ਦਾ ਉਹ ਯੂਨਿਟਰੀ ਫੋਕਸਡ ਹੋ ਰਿਹਾ। ਸਿਟੀਜ਼ਨਸ਼ਿਪ ਦਾ ਚੈਪਟਰ ਕੱਟਿਆ ਗਿਆ, ਨੈਸ਼ਨਲਿਜ਼ਮ ਕੱਟਿਆ ਗਿਆ, ਸੈਕੂਲਰਿਜ਼ਮ ਕੱਟਿਆ ਗਿਆ ਔਰ ਉਸ ਤੋਂ ਬਾਅਦ 9th ਦੇ ਵਿੱਚੋਂ ਵੈਰੀ ਇੰਪੋਰਟੈਂਟ ਚੈਪਟਰ ਡੈਮੋਕ੍ਰੈਟਿਕ ਰਾਈਟਸ ਜਿਹਨਾਂ ਨੂੰ ਤੁਸੀਂ ਫੰਡਾਮੈਂਟਲ ਰਾਈਟਸ ਕਹਿੰਦੇ ਉਹ ਕੱਟਿਆ ਗਿਆ। ਫੂਡ ਸਿਕਿਉਰਿਟੀ ਦਾ ਚੈਪਟਰ ਕੱਟਿਆ ਗਿਆ ਔਰ ਉਸ ਤੋਂ ਬਾਅਦ 10th ਦੇ ਵਿੱਚੋਂ ਬਹੁਤ ਹੀ ਸਿਗਨੀਫਿਕੈਂਟ ਚੈਪਟਰ ਜਿਵੇਂ ਕਿ ਡੈਮੋਕ੍ਰੇਸੀ ਐਂਡ ਡਾਇਵਰਸਿਟੀ, ਜੈਂਡਰ, ਰਿਲੀਜਨ ਐਂਡ ਕਾਸਟ, ਪੋਪੂਲਰ ਸਟਰਗਲ ਐਂਡ ਨੈਸ਼ਨਲ ਚੈਲੰਜ ਟੂ ਡੈਮੋਕ੍ਰੇਸੀ ਚੈਪਟਰ ਕੱਟੇ ਗਏ ਨੇ। ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਜਦੋਂ ਅਸੀਂ ਸੀਬੀਐਸਈ ਦਾ ਕਰਿਕੂਲਮ ਦੇਖਦੇ ਹਾਂ ਜਿਹਦੀ ਕਾਪੀ ਮੇਰੇ ਇਸ ਟਾਈਮ ਕੋਲ ਹੈ ਔਰ ਸੀਬੀਐਸਈ ਦੇ ਕਰਿਕੂਲਮ ਦੇ ਸਾਇਲੈਂਟ ਫੀਚਰ ਦੇ ਵਿੱਚ ਉਹ 3rd ਫੀਚਰ ਦੇ ਵਿੱਚ ਹੀ ਕਹਿੰਦੇ ਨੇ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਹਟਿਆ ਪਿੱਛੇ ਚੈਪਟਰਸ ਦਾ ਉਹ ਸਾਰੇ ਚੈਪਟਰ ਨੂੰ ਅਪਲਿਫਟ ਕਰੇਗਾ ਕਿਉਂਕਿ ਡੈਮੋਕ੍ਰੇਸੀ ਦੀ ਜਾਨ ਨੇ। ਇਹਨਾਂ ਤੋਂ ਬਿਨਾਂ ਇੱਕ ਚੰਗੀ ਸੁਸਾਇਟੀ ਦਾ ਨਿਰਮਾਣ ਕਰਨਾ ਇੰਪੋਸੀਬਲ ਹੈ। ਇਸ ਕਰਕੇ ਅਸੀਂ ਐਚਆਰਡੀ ਮਿਨਿਸਟਰੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੀਬੀਐਸਈ ਦੇ ਨਾਲ ਕੰਸਲਟ ਕਰਕੇ ਇਹ ਚੈਪਟਰ ਨੂੰ ਕੱਟਣ ਦੀ ਥਾਂ ਤੇ ਕੋਈ ਇਸ ਦਾ ਬਦਲ ਲਿਖਣ।
ਪ੍ਰਾਈਮ ਦੇ ਲਈ ਮਲੇਰਕੋਟਲਾ ਤੋਂ ਕਿੰਮੀ ਅਰੋੜਾ ਦੇ ਨਾਲ ਅਸਲਮ ਨਾਜ ਦੀ ਰਿਪੋਰਟ।